ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਅੱਜ ਆਪਾਂ ਇੰਪੋਰਟੈਂਟ ਡਿਸੀਜ਼ ਦੇ ਬਾਰੇ ਗੱਲ ਕਰਾਂਗੇ। ਤਾਂ ਇੰਟਰੋ ਤਾਂ ਬਹੁਤ ਵਾਰੀ ਆਪਣੀ ਹੋਈ ਜਾਂਦੀ ਆ, ਤਾਂ ਕਰਕੇ ਬਸ ਆਪਾਂ ਸਿੱਧਾ ਟੂ ਦਾ ਪੁਆਇੰਟ ਗੱਲ ਕਰਨੀ ਆ। ਇੰਪੋਰਟੈਂਟ ਡਿਸੀਜ਼ ਹੋਣਗੀਆਂ ਉਹਨਾਂ ਦੇ ਬਾਰੇ ਆਪਾਂ ਗੱਲ ਕਰਨੀ ਆ। ਇਹ ਤੋਂ ਪਹਿਲਾਂ ਮਿਨਾਮਾਟਾ ਡਿਸੀਜ਼, ਮਿਨਾਮਾਟਾ ਕਨਵੈਨਸ਼ਨ 2013, ਉਹਦੇ ਬਾਰੇ ਆਪਾਂ ਆਲਰੇਡੀ ਵੀਡੀਓ ਪਾਤੀ ਆ। ਜਿਨ੍ਹਾਂ ਨੇ ਉਹ ਨਹੀਂ ਦੇਖੀ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ, ਤਾਂ ਬੱਚੇ ਉਹਨੂੰ ਜ਼ਰੂਰ ਦੇਖਿਓ ਇੱਕ ਵਾਰ, ਠੀਕ ਆ। ਤਾਂ ਅੱਜ ਜਿਹੜੀਆਂ ਇੰਪੋਰਟੈਂਟ ਡਿਸੀਜ਼ ਨੇ ਜਿਨ੍ਹਾਂ ਤੋਂ ਲੈ ਕੇ ਕੁਐਸਚਨ ਅਕਸਰ ਬਣਦੇ ਆਪਾਂ ਉਹਨਾਂ ਦੇ ਬਾਰੇ ਗੱਲ ਕਰਨੀ ਆ। ਤਾਂ ਇਹ ਤੋਂ ਪਹਿਲਾਂ ਦੇਖੋ, ਸਿਲੀਕੋਸਿਸ ਆ ਜਿਹੜੀ ਬਿਮਾਰੀ, ਤਾਂ ਇਹਦੇ ਬਾਰੇ ਜਿਹੜੇ ਕੁਝ ਫੈਕਟ ਨੇ ਤਾਂ ਉਹ ਦੇਖੋ ਤੁਸੀਂ। ਸਭ ਤੋਂ ਪਹਿਲੀ ਗੱਲ ਇਹ ਕੀ ਹੈ, ਇੱਕ ਲੰਗ ਡਿਸੀਜ਼ ਆ। ਲੰਗ ਡਿਸੀਜ਼ ਜਾਣੀ ਕਿ ਫੇਫੜਿਆਂ ਦੀ ਬਿਮਾਰੀ ਆ। ਤਾਂ ਇਹ ਲੌਂਗ ਟਰਮ ਲੰਗ ਡਿਸੀਜ਼ ਕਾਜ਼ਡ ਬਾਏ ਇਨਹੇਲਿੰਗ ਲਾਰਜ ਅਮਾਊਂਟ ਆਫ ਕ੍ਰਿਸਟਲਾਈਨ ਸਿਲਿਕਾ ਡਸਟ। ਬਸ ਤੁਸੀਂ ਇੰਨਾ ਧਿਆਨ 'ਚ ਨਹੀਂ ਰੱਖਣਾ ਤੁਸੀਂ। ਸਿਲੀਕੋਸਿਸ ਆ ਤਾਂ ਇਹਦਾ ਦੇਖੋ ਸਿਲੀ ਤੋਂ ਸਿਲਿਕਾ, ਤਾਂ ਇਹ ਧਿਆਨ ਦੇ ਵਿੱਚ ਰੱਖਿਓ ਵੀ ਜਿਹੜੀ ਸਿਲੀਕੋਸਿਸ ਬਿਮਾਰੀ ਆ ਇਹ ਕਾਹਦੀ ਬਿਮਾਰੀ ਆ। ਇੱਕ ਲੰਗ ਡਿਸੀਜ਼ ਆ ਔਰ ਫੇਫੜਿਆਂ ਦੀ ਬਿਮਾਰੀ ਆ। ਸਿਲਿਕਾ ਡਸਟ ਦੇ ਨਾਲ ਹੁੰਦੀ ਆ, ਮਤਲਬ ਕਿ ਕਾਫੀ ਸਮੇਂ ਦੇ ਅੰਤਰਾਲ ਦੇ ਬਾਅਦ ਇਹ ਚੀਜ਼ ਹੁੰਦੀ ਆ ਜਿਹੜੀ। ਅਤੇ ਜਿਹੜਾ ਇਹ ਸਿਲਿਕਾ ਸਬਸਟਾਂਸ ਆ ਇਹ ਕਿੱਥੇ ਪਾਇਆ ਜਾਂਦਾ? ਸਟੋਨ ਦੇ ਵਿੱਚ ਵੀ ਹੁੰਦਾ, ਰੌਕ ਫਾਰਮ 'ਚ ਵੀ ਹੁੰਦਾ, ਸੈਂਡ, ਕਲੇ, ਸਾਰੀਆਂ ਚੀਜ਼ਾਂ ਦੇ ਵਿੱਚ ਤਕਰੀਬਨ ਇਹ ਚੀਜ਼ ਹੁੰਦੀ ਆ। ਵਰਕਿੰਗ ਵਿਦ ਦੀਜ਼ ਮਟੀਰੀਅਲ ਕੈਨ ਕ੍ਰੀਏਟ ਅ ਵੈਰੀ ਫਾਈਨ ਡਸਟ ਦੈਟ ਕੈਨ ਬੀ ਈਜ਼ਲੀ ਇਨਹੀਲਡ। ਮਤਲਬ ਕਿ ਇਹਨਾਂ ਦੇ ਅੰਦਰ ਆਸਾਨੀ ਦੇ ਨਾਲ ਇਹ ਚੀਜ਼ ਆ ਜਿਹੜੀ ਉਹ ਚਲੀ ਜਾਂਦੀ ਆ। ਬਾਕੀ ਸਿਲੀਕੋਸਿਸ ਨੂੰ ਇੱਕ ਹੋਰ ਨਾਮ ਵੀ ਦਿੱਤਾ ਜਾਂਦਾ, ਇਹਨੂੰ ਕਿਹਾ ਜਾਂਦਾ ਆਕੂਪੇਸ਼ਨਲ ਡਿਸੀਜ਼, ਤਾਂ ਇਹ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ। ਬਾਕੀ ਇਹ ਇਨਕੁਰੇਬਲ ਆ, ਜਾਨੀ ਕਿ ਲਾ ਇਲਾਜ, ਇਹਦਾ ਕੋਈ ਇਲਾਜ ਹੈ ਨਹੀਂਗਾ ਹਜੇ ਤੱਕ, ਠੀਕ ਆ। ਬਾਕੀ ਇਹਦੇ ਲਈ ਆਪਣੀ ਗਵਰਨਮੈਂਟ ਨੇ ਕੀ ਸਟੈਪ ਚੁੱਕੇ ਨੇ ਤੁਸੀਂ ਉਹਨੂੰ ਵੀ ਧਿਆਨ ਦੇ ਵਿੱਚ ਰੱਖਣਾ, ਠੀਕ ਆ। ਤਾਂ ਦੇਖੋ, ਆਪਣੀ ਗਵਰਨਮੈਂਟ ਨੇ ਇਹਨੂੰ ਜਿਹੜਾ ਸਿਲੀਕੋਸਿਸ ਬਿਮਾਰੀ ਆ ਇਹਨੂੰ ਨੋਟੀਫਾਈ ਕੀਤਾ ਗਾ। ਉਹ ਦੋ ਐਕਟ ਨੇ ਜਿਨ੍ਹਾਂ ਦੇ ਥਰੂ ਕੀਤਾ। ਇੱਕ ਤਾਂ ਹੈਗਾ ਆਪਣਾ ਮਾਈਨਸ ਐਕਟ 1952, ਇਹਦੇ ਥਰੂ ਕੀਤਾ ਹੋਇਆ, ਔਰ ਇੱਕ ਹੈਗਾ ਫੈਕਟਰੀ ਐਕਟ 1948। ਤਾਂ ਦੋ ਐਕਟ ਨੇ ਜਿਨ੍ਹਾਂ ਨਾਲ ਇਹਨੂੰ ਕੀ ਕੀਤਾ, ਨੋਟੀਫਾਈ ਕੀਤਾ ਹੋਇਆ। ਬਾਕੀ ਇੱਕ ਆਪਣਾ ਸਿਲੀਕੋਸਿਸ ਪੋਰਟਲ ਵੀ ਆ ਜਿਹੜਾ ਕਿ ਡਿਪਾਰਟਮੈਂਟ ਡੀਲ ਕਰਦਾ, ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਡਿਵੈਲਪਮੈਂਟ। ਤਾਂ ਇਹ ਡਿਪਾਰਟਮੈਂਟ ਆ ਜਿਹੜਾ ਇਹ ਪੋਰਟਲ ਨੂੰ, ਸਿਲੀਕੋਸਿਸ ਪੋਰਟਲ ਆ, ਇਹਨੂੰ ਇਹ ਮਤਲਬ ਕਿ ਹੋਸਟ ਕਰਦਾ। ਤਾਂ ਕੌਜ਼ ਇਹਦਾ ਕੀ ਆ ਵੀ ਡਿਪੋਜ਼ਿਟ ਸਿਲਿਕਾ ਹੋ ਜਾਂਦਾ ਆਪਣੇ ਫੇਫੜਿਆਂ ਦੇ ਵਿੱਚ। ਓਕੇ, ਜਿਹੜੇ ਮਤਲਬ ਕਿ ਸਿਲਿਕਾ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ ਜਾਂ ਫਿਰ ਜਿੱਥੇ ਸੈਂਡ ਬਲਾਸਟਿੰਗ ਸਾਈਟਸ ਹੁੰਦੀਆਂ ਨੇ ਉੱਥੇ ਕੰਮ ਕਰਦੇ ਆ, ਉਹਨਾਂ ਨੂੰ ਇਹ ਸਿਲੀਕੋਸਿਸ ਨਾਂ ਦੀ ਬਿਮਾਰੀ ਆ ਜਿਹੜੀ ਉਹ ਹੋ ਜਾਂਦੀ ਆ। ਸਿਲੀਕੋਸਿਸ ਬਿਮਾਰੀ ਇੱਕ ਆਕੂਪੇਸ਼ਨਲ ਬਿਮਾਰੀ ਹੈ, ਜਾਣੀ ਕਿ ਕਿੱਤੇ ਵਾਲੀ ਬਿਮਾਰੀ ਆ। ਤਾਂ ਇਹਦਾ ਕੌਜ਼ ਕੀ ਆ, ਸਿਲਿਕਾ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇੱਕ ਤਾਂ ਇਹ ਬਿਮਾਰੀ ਹੋ ਗਈ ਤੁਹਾਡੀ। ਇਸ ਤੋਂ ਬਾਅਦ ਇੱਕ ਬਿਮਾਰੀ ਆਉਂਦੀ ਆ ਤੁਹਾਡੀ ਬਲੂ ਬੇਬੀ ਸਿੰਡਰੋਮ। ਤਾਂ ਹੁਣ ਦੇਖੋ, ਇਹ ਇੱਕ ਵਾਟਰ ਡਿਸੀਜ਼ ਆ, ਜ਼ਿਆਦਾਤਰ ਪਾਣੀ ਤੋਂ ਹੋਣ ਵਾਲੀ ਬਿਮਾਰੀ ਆ ਜਿਹੜੀ ਬਲੂ ਬੇਬੀ ਸਿੰਡਰੋਮ ਆ। ਤਾਂ ਇਹਦੇ 'ਚ ਕੀ ਹੁੰਦਾ, ਮਤਲਬ ਕਿ ਨਾਈਟ੍ਰੇਟਸ ਹੁੰਦੇ ਆ, ਗਰਾਊਂਡ ਵਾਟਰ ਤੋਂ ਨਾਈਟ੍ਰੇਟਸ ਹੁੰਦੇ ਨੇ, ਤਾਂ ਆਕਸੀਜਨ ਘਟਾ ਦਿੰਦੇ ਆ ਆਪਣੇ ਹੀਮੋਗਲੋਬਨ ਦੇ ਚੱਕਰ 'ਤੇ, ਠੀਕ ਆ। ਜਦੋਂ ਇਹ ਆਕਸੀਜਨ ਘਟਾ ਦਿੰਦੇ ਆ ਤਾਂ ਹੀਮੋਗਲੋਬਨ ਸਰਕਲ ਆ ਜਿਹੜਾ ਸਰੀਰ ਦੇ ਵਿੱਚ ਹੁੰਦਾ ਆਪਣਾ, ਉਹਦੇ 'ਚ ਚੱਕਰ ਪੈ ਜਾਂਦਾ, ਜਾਣੀ ਕਿ ਰਿਵੋਲਟ ਆ ਜਾਂਦਾ। ਤਾਂ ਬੇਬੀਜ਼ ਆ ਜਿਹੜਾ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਕਲਰ ਆ ਉਹ ਵਾਈਟ ਬਰਾਊਨ ਜਿਹੜਾ ਵੀ ਹੁੰਦਾ, ਇਹ ਤੋਂ ਬਾਅਦ ਬਲੂ ਹੋਣਾ ਸਟਾਰਟ ਹੋ ਜਾਂਦਾ। ਤਾਂ ਜਦੋਂ ਉਹਦੇ 'ਚ ਖੂਨ ਦੀ ਕਮੀ, ਖੂਨ ਦੇ ਵਿੱਚ ਆਕਸੀਜਨ ਦੀ ਕਮੀ, ਤਾਂ ਹੀਮੋਗਲੋਬਨ ਸਰਕਲ ਆ ਜਿਹੜਾ ਉਹ ਰੁਕ ਜਾਂਦਾ ਜਾਂ ਘਟ ਜਾਂਦਾ। ਦੈਨ ਉਹਨਾਂ ਦਾ ਜਿਹੜਾ ਕਲਰ ਆ ਉਹ ਬਲੂ ਹੋਣ ਲੱਗ ਜਾਂਦਾ ਅਤੇ ਆਖਰ ਨੂੰ ਉਹਨਾਂ ਦੀ ਮੌਤ ਹੋ ਜਾਂਦੀ ਆ। ਇਹਨੂੰ ਕਹਿੰਦੇ ਆ ਬਲੂ ਬੇਬੀ ਸਿੰਡਰੋਮ। ਓਕੇ, ਤਾਂ ਇਹ ਕਿੱਥੋਂ ਜਨਰੇਟ ਹੁੰਦਾ? ਜਿਵੇਂ ਕਿ ਕੋਈ ਤਾਂ ਫਰਟੀਲਾਈਜ਼ਰ ਹੁੰਦੇ ਆ ਉਹਨਾਂ ਤੋਂ ਵੀ ਹੋ ਜਾਂਦਾ, ਐਗਰੀਕਲਚਰ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਜਾਂ ਫਿਰ ਜਿੱਥੇ ਵੇਸਟ ਡੰਪ ਸੱਟਦੇ ਆਪਾਂ ਉਹਦੇ ਤੋਂ ਵੀ ਇਹ ਚੀਜ਼ ਹੋ ਜਾਂਦੀ ਆ। ਤਾਂ ਇਹਦੇ 'ਚ ਕੰਡੀਸ਼ਨ ਕੀ ਹੁੰਦੀ ਆ, ਉਹਨਾਂ ਦੀ ਬੇਬੀ ਸਕਿਨ ਆ ਜਿਹੜੀ ਉਹ ਟਰਨਸ ਬਲੂ ਹੋ ਜਾਂਦੀ ਆ ਜਦੋਂ ਬਲੱਡ ਦੇ ਵਿੱਚ ਆਕਸੀਜਨ ਦੀ ਜ਼ਿਆਦਾ ਹੀ ਕਮੀ ਪੈ ਜਾਂਦੀ ਆ। ਓਕੇ, ਤਾਂ ਇਹ ਇਨਫਾਂਟ ਯੰਗਰ ਦੈਨ 3 ਮੰਥਸ 'ਚ ਜ਼ਿਆਦਾ ਰਿਸਕ ਹੁੰਦਾ। ਜਿਹੜੇ ਮਤਲਬ ਕਿ 3 ਮੰਥ ਤੋਂ ਵੀ ਛੋਟੇ ਹੁੰਦੇ ਆ ਬੱਚੇ, ਉਹਨਾਂ ਦੇ ਵਿੱਚ ਜ਼ਿਆਦਾ ਹੁੰਦਾ। ਤਾਂ ਹੋਰ ਵੀ ਪੈਸਟੀਸਾਈਡ ਹੁੰਦੇ ਜਿਵੇਂ DDT, PCB ਹੋ ਗਿਆ, ਤਾਂ ਇਹ ਫੂਡ ਚੇਨ 'ਚੋਂ ਆ ਜਾਂਦੇ ਇੱਧਰੋਂ, ਅਤੇ ਕਈ ਜੀਵਾਂ ਨੂੰ ਇਹ ਵੀ ਮਾਰ ਦਿੰਦੇ ਆ। ਤਾਂ ਇਹ ਜ਼ਿਆਦਾਤਰ ਕਾਹਦੇ ਵਾਲੀ ਬਿਮਾਰੀ ਆ, ਇੱਕ ਪਾਣੀ ਵਾਲੀ ਬਿਮਾਰੀ ਆ। ਤਾਂ ਬਲੂ ਬੇਬੀ ਸਿੰਡਰੋਮ ਆਲਸੋ ਨੋਨ ਐਜ਼ ਦਾ ਇਨਫਾਂਟ ਮੀਥੋਮੋਗਲੋਬਿਨਾ। ਤਾਂ ਤੁਸੀਂ ਇਹਨੂੰ ਇਹ ਵੀ ਯਾਦ ਰੱਖ ਸਕਦੇ ਹੋ ਵੀ ਇਹ ਨਾਮ ਦਿੱਤਾ ਜਾਂਦਾ। ਬਾਕੀ ਇਹਦੇ 'ਚ ਕੀ ਹੁੰਦੀ ਆ, ਬੇਬੀ ਦੀ ਜਿਹੜੀ ਸਕਿਨ ਆ ਉਹ ਟਰਨ ਕਰ ਜਾਂਦੀ ਆ, ਕਿਹੜੇ ਕਲਰ ਦੇ ਵਿੱਚ, ਬਲੂ ਕਰ ਜਾਂਦੀ ਆ। ਤਾਂ ਇਹਦੇ 'ਚ ਕੀ ਹੁੰਦਾ, ਅਗਰ ਡਿਊ ਟੂ ਦਾ ਡਿਕਰੀਜ਼ਡ ਅਮਾਊਂਟ, ਡਿਕਰੀਜ਼ ਮਤਲਬ ਘਟ ਗਿਆ, ਅਮਾਊਂਟ ਕਾਹਦਾ, ਹੀਮੋਗਲੋਬਿਨ ਦਾ, ਇਨ ਦਾ ਬੇਬੀਜ਼ ਬਲੱਡ। ਤਾਂ ਇਹ ਤੋਂ ਬਾਅਦ ਉਹਦੀ ਜਿਹੜੀ ਸਕਿਨ ਆ ਉਹ ਹੋ ਜਾਂਦੀ ਆ। ਹੀਮੋਗਲੋਬਿਨ ਕੀ ਹੁੰਦਾ, ਇਹ ਬਲੱਡ ਪ੍ਰੋਟੀਨ ਦੈਟ ਇਜ਼ ਰਿਸਪੋਂਸੀਬਲ ਫॉर ਕੈਰਿੰਗ ਆਕਸੀਜਨ ਅਰਾਊਂਡ ਦਾ ਬੋਡੀ ਐਂਡ ਦਾ ਡਿਲੀਵਰ ਇਟ ਟੂ ਦਾ ਡਿਫਰੈਂਟ ਸੈਲਸ ਐਂਡ ਟਿਸ਼ੂ। ਮਤਲਬ ਕਿ ਇਹ ਕੀ ਕਰਦਾ, ਇਹ ਸਾਰੇ ਆਸੇ ਪਾਸੇ ਖੂਨ ਟਰਾਂਸਫਰ ਕਰਨ ਦਾ ਕੰਮ ਕਰਦਾ ਗਾ, ਕਿਤੇ ਇੱਧਰੋਂ ਉੱਧਰ ਜਾਣਾ। ਮੋਸਟ ਕਾਮਨ ਕਾਜ਼ ਆਫ ਬਲੂ ਬੇਬੀ ਸਿੰਡਰੋਮ ਇਜ਼ ਵਾਟਰ ਕੰਟੇਨਡ ਵਿਦ ਨਾਈਟ੍ਰੇਟਸ। ਤਾਂ ਪਾਣੀ ਦੇ ਵਿੱਚ ਘੁਲਿਆ ਹੋਇਆ ਨਾਈਟ੍ਰੇਟ ਆ। ਤਾਂ ਤੁਸੀਂ ਯਾਦ ਰੱਖਿਓ ਵੀ ਬਲੂ ਬੇਬੀ ਸਿੰਡਰੋਮ ਪਾਣੀ ਦੇ ਨਾਲ ਹੋਣ ਵਾਲੀ ਬਿਮਾਰੀ ਆ, ਪਾਣੀ ਦੇ ਵਿੱਚ ਨਾਈਟ੍ਰੇਟ ਹੁੰਦਾ। ਤਾਂ ਇਹ ਇੱਕ ਬਿਮਾਰੀ ਆ, ਇਹਦੇ 'ਚ ਜਿਹੜੀ ਟਰਨ ਉਹਦੀ ਸਕਿਨ
ਉਹ ਕਾਹਦੇ 'ਚ ਹੋ ਜਾਂਦੀ ਆ, ਨੀਲੇ ਕਲਰ 'ਚ ਹੋ ਜਾਂਦੀ ਆ, ਬਲੂ ਕਲਰ ਦੇ ਵਿੱਚ ਹੋ ਜਾਂਦੀ ਆ। ਓਕੇ, ਤਾਂ ਇਹਦੇ ਆ ਵੀ ਅੱਗੇ 3 ਟਾਈਪਸ ਹੁੰਦੀਆਂ ਨੇ। ਜਿਵੇਂ ਕਿ ਦੇਖੋ ਪਹਿਲੀ ਹੁੰਦੀ ਆ ਅਕਿਊਟ, ਇਹਦੇ 'ਚ ਸਿੰਪਟਮਸ ਹੁੰਦੇ ਆ ਜਿਹੜੇ ਉਹ ਫਿਊ ਵੀਕਸ ਅਪ ਟੂ 2 ਈਅਰ, ਮਤਲਬ ਕਿ 2 ਸਾਲਾਂ ਤੋਂ ਬਾਅਦ ਕੁਝ ਹਫ਼ਤਿਆਂ ਬਾਅਦ ਇਹ ਜਿਹੜੇ ਮਤਲਬ ਕਿ ਦਿਖਣ ਲੱਗ ਜਾਂਦੇ ਆ, ਫਿਊ ਵੀਕਸ ਅਪ। ਅਤੇ ਇਹ ਤੋਂ ਬਾਅਦ ਇੱਕ ਹੁੰਦੀ ਹੈ ਕਰੋਨਿਕ ਪ੍ਰੋਬਲਮ ਮੇ ਨੋਟ ਸ਼ੋ ਅਪ ਅੰਟਿਲ ਡੈਕੇਡ ਆਫਟਰ, ਮਤਲਬ ਕਿ ਇਹਦੇ 'ਚ 10 ਸਾਲ ਲੱਗ ਜਾਂਦੇ ਨੇ, ਠੀਕ ਆ। ਤਾਂ ਇਸ ਤੋਂ ਬਾਅਦ ਇੱਕ ਤੀਸਰੀ ਹੁੰਦੀ ਹੈ ਐਕਲੇਰੇਟਡ, ਇਹਦੇ 'ਚ ਹੁੰਦਾ ਸਾਇੰਸ ਅਬਾਊਟ 5 ਤੋਂ 10 ਸਾਲਾਂ ਦੇ ਵਿਚਾਲੇ ਸਿਲਿਕਾ ਦੇ ਜਿਹੜੇ ਹੁੰਦੇ ਆ ਉਹਦੇ ਤੋਂ ਇਹਦੇ ਇਫੈਕਟ ਦਿਖਣੇ ਸਟਾਰਟ ਹੋ ਜਾਂਦੇ ਆ। ਤਾਂ ਹਾਈਅਰ ਰਿਸਕ ਕਿੱਥੇ ਹੁੰਦਾ, ਜਿੱਥੇ ਮਾਈਨਿੰਗ ਹੋਵੇ, ਸਟੀਲ ਇੰਡਸਟਰੀ ਹੋਵੇ, ਕੰਸਟਰਕਸ਼ਨ ਹੋਵੇ, ਪਲਾਸਟਰ ਡਰਾਈ ਵੈੱਲ ਹੋਵੇ, ਗਲਾਸ ਮੈਨੂਫੈਕਚਰ ਹੁੰਦੇ ਹੋਣ, ਰੋਡ ਰਿਪੇਅਰ ਹੋਵੇ, ਸੈਂਡ ਬਲਾਸਟਿੰਗ ਹੋਵੇ, ਠੀਕ ਆ, ਰੂਫਿੰਗ, ਫਾਰਮਿੰਗ, ਇਹ ਚੀਜ਼ਾਂ ਦੇ ਨਾਲ ਇਹ ਜਿਹੜੀ ਆ ਹੋ ਜਾਂਦੀ ਆ। ਬਾਕੀ ਇੱਕ ਤੀਸਰੀ ਬਿਮਾਰੀ ਆ ਐਸਬੈਸਟੋਸਿਸ, ਤਾਂ ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਆ। ਤਾਂ ਦੇਖੋ ਇਹ ਉਹਨਾਂ ਵਰਕਰਾਂ ਦੇ ਵਿੱਚ ਹੁੰਦੀ ਆ ਜਿਹੜੀ ਐਸਬੈਸਟੋਸਿਸ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ। ਅਤੇ ਇਹ ਵੀ ਇੱਕ ਕਾਹਦੀ ਬਿਮਾਰੀ ਆ, ਇਹ ਧਿਆਨ 'ਚ ਰੱਖਣਾ ਵੀ ਇਹ ਇੱਕ ਲੰਗਜ਼ ਦੀ ਬਿਮਾਰੀ ਆ। ਕਾਹਦੀ ਬਿਮਾਰੀ ਆ ਇਹ? ਲੰਗਜ਼ ਦੀ ਬਿਮਾਰੀ ਆ। ਤਾਂ ਬੱਚੇ ਦੇਖੋ ਆਹ 2-3 ਵੀਡੀਓ ਦੇ ਵਿੱਚੋਂ ਤੁਹਾਨੂੰ 1 ਕੁਐਸਚਨ 2 ਕੁਐਸਚਨ ਪੱਕਾ ਮਿਲਣਗੇ ਬਿਮਾਰੀਆਂ ਨੂੰ ਲੈ ਕੇ, ਕਿਉਂਕਿ ਆਪਣੇ ਇਹ ਇਨਵਾਇਰਨਮੈਂਟ ਦਾ ਟੌਪਿਕ ਆਉਂਦਾ ਔਰ ਇਹਦੇ ਵਿੱਚੋਂ ਕੁਐਸਚਨ ਪਹਿਲਾਂ PPSC ਬਹੁਤ ਵਾਰ ਪੁੱਛ ਚੁੱਕੀ ਆ। ਤਾਂ ਤੁਸੀਂ ਇਹਨੂੰ ਧਿਆਨ ਦੇ ਨਾਲ ਕਰਨਾ। ਤਾਂ ਜਿਹੜੇ ਚੈਨਲ ਦੇ ਉੱਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਐਸਬੈਸਟੋਸਿਸ ਆ ਜਿਹੜਾ, ਇਹਦੀ ਆਪਾਂ ਗੱਲ ਉਹਨਾਂ ਵਰਕਰਾਂ ਨੂੰ ਹੁੰਦੀ ਆ ਜਿਹੜੇ ਐਸਬੈਸਟੋਸਿਸ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ। ਓਕੇ, ਤਾਂ ਇਹਦਾ ਕਾਰਨ ਵੀ ਇਹੀ ਹੁੰਦਾ। ਤਾਂ ਇੱਕ ਲੰਗਜ਼ ਦੀ ਬਿਮਾਰੀ ਆ, ਬਸ ਇਹਦੇ ਬਾਰੇ ਇੰਨੇ ਤੁਸੀਂ ਧਿਆਨ 'ਚ ਰੱਖਣਾ। ਇਹ ਡਿਸੀਜ਼ ਆ ਇਨਹੇਲਿੰਗ ਐਸਬੈਸਟੋਸਿਸ ਫਾਈਬਰ, ਤਾਂ ਇਹਦੇ ਨਾਲ ਹੀ ਇਹ ਹੁੰਦੀ ਆ। ਤਾਂ ਇਹਦੇ ਅੱਗੇ ਆ ਜਿਹੜੇ ਸਿੰਪਟਮ ਚਿੰਨ੍ਹ ਨੇ ਉਹਨਾਂ ਨੂੰ ਤੁਸੀਂ ਦੇਖੋ, ਸਾਈਨ ਜਾਂ ਫਿਰ ਸਿੰਪਟਮ ਨੇ ਇਹਦੇ ਕਿਹੜੇ ਨੇ। ਸਾਹ ਦੇ ਵਿੱਚ ਆ ਜਾਂਦੀ ਹੈ ਕਮੀ ਇਹਨਾਂ ਦੀ, ਸੁੱਕੀ ਖੰਘ ਹੁੰਦੀ ਆ, ਚੈਸਟ ਦੇ ਵਿੱਚ ਟਾਈਟਨੈਸ ਜਾਂ ਪੇਨ ਹੋਣ ਲੱਗ ਜਾਂਦੀ ਆ। ਤਾਂ ਮਤਲਬ ਇਹ ਚੀਜ਼ਾਂ ਨੇ ਓਕੇ ਜਿਹੜੇ ਇਹਦੇ ਚਿੰਨ੍ਹਾਂ 'ਚ ਆ ਜਾਂਦੀਆਂ। ਇਹ ਤੋਂ ਬਾਅਦ ਇਟਾਈਟਾਈ ਡਿਸੀਜ਼ ਜਿਹੜੀ ਕਾਫੀ ਇੰਪੋਰਟੈਂਟ ਆ। ਤਾਂ ਇਹਦੇ 'ਚੋਂ ਕੁਐਸਚਨ ਕਾਫੀ ਵਾਰ ਸੰਭਾਵਨਾ ਹੁੰਦੀ ਆ ਜ਼ਿਆਦਾ ਬਣਨ ਦੀ, ਤਾਂ ਕਰਕੇ ਇਹਨੂੰ ਤੁਸੀਂ ਦੇਖ ਲਿਓ ਥੋੜ੍ਹਾ ਜਿਹਾ ਧਿਆਨ ਦੇ ਨਾਲ। ਇਟਾਈਟਾਈ ਡਿਸੀਜ਼ ਇਹਨੂੰ ਆਪਾਂ ਆਊਚ ਬਿਮਾਰੀ ਵੀ ਕਹਿ ਦਿੰਦੇ ਹਾਂ, ਠੀਕ ਆ। ਤਾਂ ਇਹਦੇ ਬਾਰੇ ਤੁਸੀਂ ਧਿਆਨ ਰੱਖਣਾ। ਔਰ ਇਹਦਾ ਕਾਰਨ ਸਭ ਤੋਂ ਵੱਡਾ ਕੀ ਆ, ਕੈਡਮੀਅਮ ਹੁੰਦਾ। ਕਾਹਤੋਂ ਹੁੰਦੀ ਹੈ ਬਿਮਾਰੀ? ਕੈਡਮੀਅਮ ਨੂੰ ਆਪਾਂ ਲਿਖਦੇ ਹਾਂ C ਵੱਡੀ D ਛੋਟੀ, ਇਹਨੂੰ ਆਪਾਂ ਐਵੇਂ ਵੀ ਡਿਨੋਟ ਕਰਦੇ ਹਾਂ। ਇਹ ਇੱਕ ਹੈਵੀ ਮੈਟਲ ਟੌਕਸਿਸ ਆ, ਹੈਵੀ ਮੈਟਲ ਟੌਕਸਿਸ ਆ ਕੈਡਮੀਅਮ, ਠੀਕ ਆ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਇਹਨੂੰ ਆਊਚ ਡਿਸੀਜ਼ ਵੀ ਕਿਹਾ ਜਾਂਦਾ। ਇਹਦੇ 'ਚ ਹੁੰਦਾ ਕੀ ਆ, ਵੈਸੇ ਇਹਦੇ 'ਚ ਨਾ ਜੋ ਹੁੰਦਾ ਆਪਣਾ ਬੋਨਸ ਕਿਡਨੀਆਂ ਹੁੰਦੀਆਂ, ਇਹਨਾਂ ਨੂੰ ਇਹ ਸੌਫਟ ਕਰਕੇ ਇਹਦੇ 'ਚ ਆਪਣੇ ਦਰਦ ਹੋਣ ਲੱਗ ਜਾਂਦਾ, ਤਾਂ ਕਰਕੇ ਇਹਨੂੰ ਕਿਹਾ ਜਾਂਦਾ। ਅਤੇ ਕੈਡਮੀਅਮ ਪੋਇਜ਼ਨਿੰਗ ਕੈਨ ਆਲਸੋ ਕਾਜ਼ ਸੌਫਟਨਿੰਗ ਆਫ ਦਾ ਬੋਨਸ ਕਿਡਨੀ ਫੇਲੀਅਰ, ਤਾਂ ਕਿਡਨੀ ਵਗੈਰਾ ਫੇਲ ਹੁੰਦੀ ਆ, ਉਹ ਵੀ ਇਹਦੇ ਨਾਲ ਹੋ ਜਾਂਦੀ ਆ। ਤਾਂ ਇਹਦੇ ਬਾਰੇ ਹੋਰ ਤੁਸੀਂ ਕੀ ਇਫੈਕਟ ਦੇਖ ਸਕਦੇ ਹੋ। ਤਾਂ ਇਹ ਕਿੱਥੇ ਫਾਊਂਡ ਕੀਤੀ ਗਈ ਸੀ? ਟੋਇਮਾ ਜਾਪਾਨ ਦੇ ਵਿੱਚ। ਇਹ ਵੀ ਬਿਮਾਰੀ ਕਿੱਥੇ ਫੈਲੀ ਸੀ? ਜਾਪਾਨ ਦੇ ਵਿੱਚ। ਓਕੇ, ਤਾਂ ਬਾਕੀ ਰਿਲੀਜ਼ ਇਹ ਕਿੱਥੋਂ ਹੁੰਦਾ ਕੈਡਮੀਅਮ? ਤਾਂ ਮਾਈਨਿੰਗ ਕੰਪਨੀਆਂ ਨੇ ਜਿਹੜੀਆਂ ਨਦੀਆਂ ਦੇ ਕੋਲੇ, ਉੱਥੋਂ ਇਹ ਚੀਜ਼ ਇੱਧਰ ਨੂੰ ਆ ਜਾਂਦੀ ਆ। ਇਹਦੇ ਨਾਲ ਫਿਰ ਫੇਫੜਿਆਂ ਦਾ ਜਾਂ ਫਿਰ ਲੀਵਰ ਦਾ ਕੈਂਸਰ ਵੀ ਹੋਣ ਲੱਗ ਜਾਂਦਾ। ਔਰ ਇਹ ਸਟਾਰਟ ਹੋਈ ਸੀ ਤਕਰੀਬਨ 1912 ਦੇ ਵਿੱਚ ਰਿਪੋਰਟ ਕੀਤੀ ਗਈ ਸੀ। ਅਤੇ ਉਦੋਂ ਵੀ ਕੈਡਮੀਅਮ ਕਿਵੇਂ? ਕਿਉਂਕਿ ਉਦੋਂ ਤੁਹਾਨੂੰ ਪਤਾ ਵੀ 1914 ਤੋਂ 18 ਤੱਕ ਪਹਿਲਾ ਫਸਟ ਵਰਲਡ ਵਾਰ ਹੋਈ ਆ, ਫਿਰ 39 ਤੋਂ 45 ਤੱਕ ਦੂਸਰੀ ਵਰਲਡ ਵਾਰ ਚੱਲੀ ਆ। ਤਾਂ ਉਹ ਸਮੇਂ ਦੇ ਵਿੱਚ ਹਜੇ ਈਵਨ ਜਦੋਂ ਇਹ ਪਾਈ ਗਈ ਆ ਉਦੋਂ ਇੰਨਾ ਨਹੀਂ ਸੀਗਾ, ਬਟ ਇਸ ਤੋਂ ਬਾਅਦ ਜਦੋਂ ਫਿਰ ਇਹਨਾਂ ਨੂੰ ਦੁਬਾਰੇ ਹਥਿਆਰਾਂ ਦੀ ਲੋੜ ਸੀ, ਤਾਂ ਉਹਦੇ ਕਰਕੇ ਜਿਹੜੇ ਦੁਬਾਰਾ ਚੀਜ਼ਾਂ ਧਰਤੀ ਦੇ ਥੱਲੋਂ ਜ਼ਿਆਦਾ ਕੱਢੀਆਂ ਜਾਣ ਲੱਗੀਆਂ, ਤਾਂ ਉਦੋਂ ਇਹ ਚੀਜ਼ ਸੀਗੀ ਜਿਹੜੀ ਜ਼ਿਆਦਾ ਸਾਹਮਣੇ ਆਈ, ਕਿਉਂਕਿ ਕੈਡਮੀਅਮ ਦੀ ਮਾਤਰਾ ਵੱਧਦੀ ਗਈ ਤਾਂ ਇਹ ਬਿਮਾਰੀ ਵੀ ਅੱਗੇ ਵੱਧਦੀ ਗਈ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਕਾਹਦੇ ਤੋਂ ਹੁੰਦੀ ਹੈ? ਕੈਡਮੀਅਮ ਤੋਂ ਹੁੰਦੀ ਆ। ਸੋਰਸ ਕੀ ਇਹਦਾ? ਮਾਈਨਿੰਗ ਹੀ ਆ ਜ਼ਿਆਦਾਤਰ। ਅਤੇ 1912 ਦੇ ਵਿੱਚ ਇਹ ਸਾਹਮਣੇ ਆਈ ਸੀ। ਓਕੇ, ਤਾਂ ਇਹ ਵੀ ਤੁਹਾਨੂੰ ਕਲੀਅਰ ਹੋਊਗੀ। ਇਹ ਤੋਂ ਬਾਅਦ ਇੱਕ ਹੈਗੀ ਆ ਬਲੈਕ ਫੁੱਟ ਡਿਸੀਜ਼। ਤਾਂ ਇਹਦੇ 'ਚ ਤੁਸੀਂ ਧਿਆਨ ਰੱਖਣਾ ਵੀ ਕਾਜ਼ਡ ਬਾਏ ਲੀਚਿੰਗ ਆਫ ਐਰਸੈਨਿਕ ਫਰੋਮ ਸੋਇਲ ਐਂਡ ਰੌਕਸ ਦਾ ਗਰਾਊਂਡ ਵਾਟਰ। ਇਹ ਗਰਾਊਂਡ ਵਾਟਰ ਦੇ ਵਿੱਚ ਘੁਲੀ ਹੁੰਦੀ ਆ। ਤਾਂ ਇਹ ਮਤਲਬ ਕਿ ਐਗਰੀਕਲਚਰ ਸੋਇਲ ਦੇ ਵਿੱਚ ਕਿਵੇਂ ਹੁੰਦੀ ਆ? ਕਿਉਂਕਿ ਜਦੋਂ ਮੰਨ ਲਓ ਆਪਾਂ ਐਗਰੀਕਲਚਰ ਕਰਦੇ ਹਾਂ, ਖੇਤੀ ਕਰਦੇ ਹਾਂ, ਦੈਨ ਆਪਾਂ ਮੋਟਰਾਂ ਦੇ ਥਰੂ ਪਾਣੀ ਧਰਤੀ ਦੇ ਥੱਲੋਂ ਖਿੱਚਦੇ ਹਾਂ, ਅਤੇ ਉਹ ਆਪਣੀ ਸੋਇਲ ਦੇ ਵਿੱਚ ਜਾਂ ਫਿਰ ਆਪਣੀ ਫਸਲ ਦੇ ਵਿੱਚ ਦੈਨ ਉਹਦੇ 'ਚੋਂ ਵੀ ਆਪਣੇ ਅੰਦਰ ਐਂਟਰ ਕਰ ਜਾਂਦਾ। ਤਾਂ ਉਹਦੇ ਨਾਲੋਂ ਜਿਹੜੀ ਸਾਨੂੰ ਹੁੰਦੀ ਆ ਐਰਸੈਨਿਕ ਦੇ ਨਾਲ ਬਿਮਾਰੀ ਹੁੰਦੀ ਆ, ਉਹਨੂੰ ਕਿਹਾ ਜਾਂਦਾ ਬਲੈਕ ਫੁੱਟ ਡਿਸੀਜ਼। ਤਾਂ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਵੀ ਬਲੈਕ ਫੁੱਟ ਡਿਸੀਜ਼ ਆ ਜਿਹੜੀ। ਓਕੇ, ਇਸ ਤੋਂ ਬਾਅਦ ਦੇਖੋ ਜਿਹੜੀ ਮਤਲਬ ਕਿ ਇੰਪੋਰਟੈਂਟ ਆ, ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਆ। ਜਿਵੇਂ ਕਿ ਇਟਾਈਟਾਈ ਸੀਗੀ, ਤਾਂ ਉਵੇਂ ਜਿਹੜੀ ਜੁਕੈਚੀ ਅਸਥਮਾ ਗਾ, ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਇਹ ਵੀ ਕਾਫੀ ਇੰਪੋਰਟੈਂਟ ਜੀ ਬਿਮਾਰੀ ਆ। ਤਾਂ ਇਹਦੇ 'ਚੋਂ ਵੀ ਕੁਐਸਚਨ ਬਣਨ ਦੇ ਚਾਂਸ ਹੁੰਦੇ ਆ ਜ਼ਿਆਦਾਤਰ। ਇਹ ਵੀ ਫਾਊਂਡ ਕੀਤੀ ਗਈ ਸੀ ਕਿੱਥੇ? ਜਾਪਾਨ ਦੇ ਵਿੱਚ, ਠੀਕ ਆ। 1960 ਤੇ 72 ਦੇ ਵਿੱਚ ਮਤਲਬ ਕਿ ਇਹਨਾਂ ਦੇ ਕੇਸ ਨੇ ਜਿਹੜੇ ਜ਼ਿਆਦਾ ਆਏ ਸੀਗੇ। ਤਾਂ ਹੁਣ ਇਹਦੇ ਬਾਰੇ ਪਹਿਲਾਂ ਤੁਸੀਂ ਪੁਆਇੰਟ ਦੇਖ ਲਓ। ਜਦੋਂ
ਕਰੂਡ ਆਇਲ ਨੂੰ ਬਰਨ ਕੀਤਾ ਜਾਂਦਾ ਪੈਟਰੋਲੀਅਮ ਨੂੰ, ਜਾਂ ਫਿਰ ਰਿਲੀਜ਼ ਹੁੰਦਾ ਸਲਫਰ ਆਕਸਾਈਡ, ਉਦੋਂ ਇਹ ਕੀ ਹੁੰਦਾ ਸਲਫਰ ਆਕਸਾਈਡ ਕਾਰਨ ਬਣਦੀ ਹੈ। ਤਾਂ ਸਭ ਤੋਂ ਵੱਡਾ ਤਾਂ ਸਮੋਗ, ਇਹ ਸਮੋਗ ਹੁੰਦਾ, ਸਮੋਗ ਦੇ ਨਾਲ ਇਹ ਬਿਮਾਰੀ ਹੋ ਜਾਂਦੀ ਆ। ਤਾਂ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਇਹਦਾ ਕਾਰਨ ਕੀ ਆ, ਸਲਫਰ ਆਕਸਾਈਡ। ਓਕੇ, ਕਿੱਥੇ ਸ਼ੁਰੂ ਹੋਈ ਆ, ਜਾਪਾਨ ਦੇ ਵਿੱਚ 1960 ਦੇ ਵਿੱਚ ਇਹ ਪਹਿਲੀ ਰਿਪੋਰਟ ਕੀਤੀ ਗਈ ਆ। ਬਸ ਬਾਕੀ ਆ ਇਹਦੀ ਤੁਸੀਂ ਜਿਹੜੀ ਡਿਟੇਲ ਆ ਇਹਨੂੰ ਤੁਸੀਂ ਪੜ੍ਹ ਸਕਦੇ ਹੋ। ਇਹਦਾ ਕੌਜ਼ ਕੀ ਆ, ਦੇਖੋ ਇਹਦਾ ਕੌਜ਼ ਸਭ ਤੋਂ ਵੱਡਾ ਕੀ ਆ, ਸਲਫਰ ਆਕਸਾਈਡ। ਸਲਫਰ ਆਕਸਾਈਡ 에ਅਰ ਪੋਲਿਊਸ਼ਨ ਨੋਨ ਐਜ਼ ਦਾ ਜੁਕੈਚੀ ਅਸਥਮਾ। ਤਾਂ ਅਸਥਮਾ ਨੂੰ ਕਿਹਾ ਜਾਂਦਾ, ਆ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਇਹਦੇ ਲਈ ਗਲੋਬਲ ਇਨੀਸ਼ੀਏਟਿਵ ਨੇ ਜਿਹੜੇ ਅਸਥਮਾ ਦੇ ਲਈ, GINA ਗਲੋਬਲ ਇਨੀਸ਼ੀਏਟਿਵ ਫॉर ਅਸਥਮਾ। ਵਰਲਡ ਅਸਥਮਾ ਡੇ ਆ ਜਿਹੜਾ ਹਰ ਸਾਲ ਮਈ ਦੇ ਫਸਟ ਟਿਊਜ਼ਡੇ ਨੂੰ। ਤਾਂ ਆਹ ਤੁਹਾਡਾ ਇੱਕ ਫੈਕਟ ਆ, ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਜਿਹੜਾ ਅਸਥਮਾ ਦੇ ਲਈ ਵਰਲਡ ਅਸਥਮਾ ਡੇ, ਠੀਕ ਆ। ਤਾਂ ਇਹ ਕਦੋਂ ਤੋਂ ਸ਼ੁਰੂ ਕੀਤਾ ਗਿਆ, 1998 ਦੇ ਵਿੱਚ ਇਹ ਫਸਟ ਟਾਈਮ ਸੀ, ਔਰ ਇਹਦੀ ਮੀਟਿੰਗ ਹੋਈ ਸੀ ਸਪੇਨ ਦੇ ਵਿੱਚ। ਤਾਂ ਇਹ ਕਦੋਂ ਮਨਾਇਆ ਜਾਂਦਾ, ਐਵਰੀ ਈਅਰ, ਯਾਨੀ ਕਿ ਐਨੂਅਲੀ ਫਸਟ ਟਿਊਜ਼ਡੇ ਆਫ ਮਈ। ਤਾਂ ਮਈ ਦੇ ਪਹਿਲੇ ਮੰਗਲਵਾਰ ਨੂੰ ਹਰ ਸਾਲ ਇਹ ਮਨਾਇਆ ਜਾਂਦਾ। 1998 ਤੋਂ ਲਗਾਤਾਰ ਇਹਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ਤਾਂ ਉਦੋਂ ਇਹਦੇ ਬਾਰੇ ਅਵੇਅਰ ਕੀਤਾ ਜਾਂਦਾ ਲੋਕਾਂ ਨੂੰ, ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਿਓ। ਬਾਕੀ ਇੱਕ ਧਿਆਨ 'ਚ ਰੱਖਣਾ ਆਇਓਡੀਨ 135। ਤਾਂ ਹੁਣ ਜਿਹੜਾ ਆਇਓਡੀਨ 135 ਕੀ ਆ, ਵੈਸੇ ਤਾਂ ਇਹ ਰੇਡੀਓਥੈਰੇਪੀ ਥਾਇਰੋਇਡ ਦੇ ਲਈ ਹੁੰਦੀਆਂ ਜਿਹੜੀਆਂ, ਉਹਨਾਂ ਦੇ ਲਈ ਵਰਤਿਆ ਜਾਂਦੀ ਹੈ ਇਹ ਚੀਜ਼। ਓਕੇ, ਤਾਂ ਇਹਦੇ ਹੋਰ ਨਾਮ ਵੀ ਨੇ, ਜਿਵੇਂ ਰੇਡੀਓ ਆਇਓਡੀਨ ਕਿਹਾ ਜਾਂਦਾ। ਮੁੱਖ ਰੇਡੀਓ ਆਈਸੋਟੋਪ ਆ ਆਇਓਡੀਨ ਦਾ, ਤਾਂ ਕਰਕੇ ਨਿਊਕਲੀਅਰ ਟੈਸਟ ਤੋਂ ਵੈਜੀਟੇਸ਼ਨ ਦੇ ਵਿੱਚ ਆ ਜਾਂਦਾ, ਫਿਰ ਇਹ ਕੈਟਲ ਦੇ ਵਿੱਚ ਆ ਜਾਂਦਾ, ਕੈਟਲ ਤੋਂ ਹਿਊਮਨ ਦੇ ਵਿੱਚ ਆ ਜਾਂਦਾ ਆਇਓਡੀਨ। ਹੁਣ ਇਹ ਉਹ ਨੂਨ ਵਾਲਾ ਆਇਓਡੀਨ ਨਹੀਂ ਹੈਗਾ ਜਿਹੜਾ ਸਾਲਟ ਦੇ ਵਿੱਚ ਹੁੰਦਾ। ਤਾਂ ਇਹ ਪਹਿਲਾਂ ਨਿਊਕਲੀਅਰ ਟੈਸਟ ਤੋਂ ਹੁੰਦਾ, ਫਿਰ ਵੈਜੀਟੇਸ਼ਨ ਦੇ ਵਿੱਚ ਜਾਂਦਾ ਸੋਇਲ ਦੇ ਥਰੂ, ਫਿਰ ਇਹ ਤੋਂ ਬਾਅਦ ਉਹਨਾਂ ਨੂੰ ਕੈਟਲਸ ਖਾਂਦੀਆਂ ਨੇ, ਜਾਂ ਫਿਰ ਜਿਹੜੀ ਚੀਜ਼ ਆਪਾਂ ਡਾਇਰੈਕਟਲੀ ਖਾਂਦੇ ਆ ਉਦੋਂ ਆਪਣੇ ਵਿੱਚ ਆ ਜਾਂਦਾ ਹਿਊਮਨ ਦੇ ਵਿੱਚ। ਤਾਂ ਇਹਨੂੰ ਕਹਿੰਦੇ ਆਇਓਡੀਨ 131 ਜਾਂ ਫਿਰ ਆਇਓਡੀਨ 131। ਓਕੇ, ਤਾਂ ਇੱਕ ਹੁੰਦਾ ਰੈਮ ਟਰਮ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਪਹਿਲਾਂ ਚਲੋ ਇਹਨੂੰ ਹੀ ਤੁਸੀਂ ਕਲੀਅਰ ਕਰ ਲਓ। ਇਹ ਕਿੱਥੋਂ ਬਣਦਾ, ਨਿਊਕਲੀਅਰ ਟੈਸਟ ਹੁੰਦੇ ਆ ਜਦੋਂ ਉਹਨਾਂ ਤੋਂ ਹੁੰਦਾ, ਫਿਰ ਇਹ ਵੈਜੀਟੇਸ਼ਨ 'ਚ ਆ ਜਾਂਦਾ, ਫਿਰ ਇਹ ਮਤਲਬ ਕਿ ਮਿਲਕ ਆਫ ਕੈਟਲ ਦੇ ਥਰੂ ਆਪਣੇ ਮਤਲਬ ਕਿ ਘੁੰਮ ਫਰਾ ਕੇ ਆਪਣੇ ਹਿਊਮਨਸ ਦੇ ਵਿੱਚ ਆ ਜਾਂਦਾ। ਤਾਂ ਇਹ ਆਪਣੇ ਥਾਇਰੋਇਡ ਗਲੈਂਡਸ ਹੁੰਦੇ ਨੇ ਜਿਹੜੇ, ਇਹਨਾਂ ਨੂੰ ਸਪੈਸ਼ਲੀ ਬੱਚਿਆਂ ਦੇ ਵਿੱਚ ਇਹ ਇਫੈਕਟ ਕਰਦਾ। ਤਾਂ ਇੱਕ ਟਰਮ ਤੁਸੀਂ ਯਾਦ ਰੱਖਣੀ ਆ, ਰੈਮ। ਤਾਂ ਰੈਮ ਕੀ ਹੁੰਦਾ, ਤਾਂ ਇਹ ਅੰਦਾਜ਼ਾ ਲਾਉਂਦਾ ਵੀ ਸਾਨੂੰ ਜੋ ਇੰਜਰੀ ਐਕਸ-ਰੇ ਰੇਡੀਏਸ਼ਨ ਤੋਂ ਹੁੰਦੀ ਆ, ਠੀਕ ਆ, ਜਿਹੜੀ ਇੰਜਰੀ ਸਾਨੂੰ ਐਕਸ-ਰੇ ਰੇਡੀਏਸ਼ਨ ਤੋਂ ਹੁੰਦੀ ਆ, ਉਹਨੂੰ ਅਬਜ਼ੋਰਬ ਕਰਨ ਦੇ ਨਾਲ ਹੁੰਦੀ ਆ, ਉਹਦੇ ਸਮਾਨ ਰੇਡੀਏਸ਼ਨ ਦਾ ਜਿਹੜਾ ਸਾਨੂੰ ਕਿਤੋਂ ਕੁਛ ਹੁੰਦਾ, ਉਹਨੂੰ ਜਿਹੜਾ ਅੰਦਾਜ਼ਾ ਲਾਉਂਦਾ, ਉਹ ਕੰਮ ਕੌਣ ਕਰਦਾ, ਰੈਮ ਕਰਦਾ। ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀਗਾ। ਬਾਕੀ ਰੇਡੀਓ ਐਕਟਿਵ ਪੋਲਿਊਸ਼ਨ ਆ ਜਿਹੜਾ, ਉਹਦੇ ਆਰਟੀਫਿਸ਼ੀਅਲ ਸੋਰਸ ਹੁੰਦੇ ਨੇ, ਜਿਵੇਂ ਕਿ ਨਿਊਕਲੀਅਰ ਪਾਵਰ ਪਲਾਂਟਸ ਨੇ, ਉਹਨਾਂ ਦੇ ਵਿੱਚ ਬੇਸਡ ਆ ਨਿਊਕਲੀਅਰ ਵੈਪਨ, ਉਹਨਾਂ ਦੇ ਟੈਸਟ ਕੀਤੇ ਜਾਂਦੇ, ਐਕਸਪਲੋਜ਼ਨ ਕੀਤੇ ਜਾਂਦੇ, ਜਾਂ ਉਹਦੇ 'ਚ ਕੋਈ ਫਾਲ ਆਊਟ ਹੋ ਜਾਂਦਾ ਯੂਰੇਨੀਅਮ ਮਾਈਨਿੰਗ ਦੇ ਸਮੇਂ ਜਿਹੜੀਆਂ ਚੀਜ਼ਾਂ ਨਿਕਲ ਕੇ ਹੁੰਦੀਆਂ ਨੇ। ਤਾਂ ਉਹਦੇ 'ਚੋਂ ਆਪਾਂ ਧਿਆਨ 'ਚ ਰੱਖਣਾ ਵੀ ਕਿਹੜੀਆਂ ਨੇ। ਤਾਂ ਜਿਵੇਂ ਕਿ ਜਿਹੜੇ ਨੈਚੁਰਲ ਨੇ, ਚਲੋ ਇੱਕ ਆਪਾਂ ਨਵੀਂ ਸਕਰੀਨ ਲੈ ਲੈਂਦੇ। ਦੇਖੋ ਜਿਹੜੇ ਤਾਂ ਨੈਚੁਰਲ ਨੇ ਉਹਨਾਂ ਦੇ ਨਾਮ ਵੀ ਤੁਸੀਂ ਧਿਆਨ ਦੇ ਵਿੱਚ ਰੱਖਣੇ ਆ, ਜਿਵੇਂ ਕਿ ਰੇਡੀਅਮ 224, ਯੂਰੇਨੀਅਮ 238, ਓਕੇ, ਥੋਰੀਅਮ 232 ਐਂਡ ਪੋਟਾਸ਼ੀਅਮ 40 ਐਂਡ ਕਾਰਬਨ 14। ਤਾਂ ਇਹ ਤਾਂ ਹੈਗੇ ਨੇ ਨੈਚੁਰਲ। ਜਿਹੜੇ ਫਿਰ ਆਪਣੇ ਦੂਸਰੇ ਨੇ ਉਹ ਕਿਹੜੇ ਨੇ, ਜਿਵੇਂ ਕਿ ਕੈਲਸ਼ੀਅਮ 137, ਆਇਓਡਾਈਨ 131। ਤਾਂ ਇਹ ਆਪਣੇ ਨੇ ਜਿਹੜੇ ਮੈਨ ਮੇਡ ਹੀ ਨੇ। ਤਾਂ ਇਹ ਵੀ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ। ਇਸ ਤੋਂ ਬਾਅਦ ਆਪਾਂ ਮਰਕਰੀ ਦੇ ਬਾਰੇ ਪਹਿਲਾਂ ਪੁਆਇੰਟ ਕਰ ਚੁੱਕੇ ਹਾਂ, ਅਸਥਮਾ ਦੇ ਬਾਰੇ ਵੀ ਹੋ ਗਿਆ ਆਪਣਾ, ਔਰ ਆਊਚ ਬਿਮਾਰੀ ਜਿਹੜੀ ਇਹਦੇ ਬਾਰੇ ਵੀ ਹੋ ਗਿਆ, ਬਲੂ ਬੇਬੀ ਸਿੰਡਰੋਮ ਇਹਦੇ ਬਾਰੇ ਵੀ ਕਰ ਲਿਆ, ਸਿਲਿਕੋਸਿਸ ਇਹਦੇ ਬਾਰੇ ਵੀ ਕਰ ਲਿਆ, ਐਸਬੈਸਟੋਸਿਸ ਇਹਦੀ ਵੀ ਆਪਾਂ ਗੱਲ ਕਰ ਲਈ। ਤਾਂ ਇੱਕ ਬਿਮਾਰੀ ਆਪਣੀ ਹੋਰ ਰਹਿੰਦੀ ਆ, ਉਹਦੇ ਬਾਰੇ ਵੀ ਤੁਸੀਂ ਦੇਖ ਲਓ। ਤਾਂ ਇੱਕ ਮਿੰਟ ਬੱਚੇ, ਚਲੋ ਇੱਥੇ ਕਰਦੇ ਹਾਂ। ਤਾਂ ਇਸ ਤੋਂ ਬਾਅਦ ਇੱਕ ਹੋਰ ਆਪਣੀ ਬਿਮਾਰੀ ਆ, ਉਹਦਾ ਸਪੈਲਿੰਗ ਨੇ ਓਕੇ ਐਂਫੀਸੀਮਾ, ਠੀਕ ਆ। ਇਹਦੇ ਕੀ ਕਹਿੰਦੇ ਇਹਨੂੰ, ਐਂਫੀਸੀਮਾ। ਤਾਂ ਜਦੋਂ ਲੰਗਸ ਦੇ ਜਿਹੜੇ ਸੈਂਸਿਟਿਵ ਟਿਸ਼ੂ ਨੇ ਟੁੱਟ ਜਾਂਦੇ ਨੇ 에ਅਰ ਪੋਲਿਊਸ਼ਨ ਜਾਂ ਸਮੋਗ ਆਫ ਸਿਗਰਟ ਦੇ ਕਾਰਨ, ਤਾਂ ਇਹਨੂੰ ਉਦੋਂ ਕਿਹੜੀ ਬਿਮਾਰੀ ਹੁੰਦੀ ਹੈ, ਸਾਨੂੰ ਐਂਫੀਸੀਮਾ। ਤਾਂ ਇਹ ਵੀ ਇੱਕ ਫੇਫੜਿਆਂ ਵਾਲੀ ਬਿਮਾਰੀ ਆ। ਤਾਂ ਇਹਦੇ 'ਚ ਕੀ ਹੁੰਦਾ, ਜਦੋਂ
ਜਦੋਂ ਸੈਂਸਿਟਿਵ ਟਿਸ਼ੂ ਨੇ ਜਿਹੜੇ ਫੇਫੜਿਆਂ ਦੇ ਉਹ ਟੁੱਟ ਜਾਂਦੇ ਨੇ ਜਾਂ ਸਮੋਕ ਦੇ ਕਾਰਨ ਜਾਂ ਫਿਰ 에ਅਰ ਪੋਲੂਸ਼ਨ ਦੇ ਕਾਰਨ ਟੁੱਟ ਜਾਂਦੇ। ਜੇ ਇੱਕ ਵਾਰ ਹੋ ਜਾਂਦਾ ਫਿਰ ਫੇਫੜੇ ਮੁੜ ਕੇ ਮਤਲਬ ਕਿ ਸੁੰਗੜਨਾ ਸਟਾਰਟ ਕਰ ਦਿੰਦੇ ਆ, ਫਿਰ ਐਕਸਪੈਂਡ ਨਹੀਂ ਕਰਦੇ ਮੁੜ ਕੇ ਪ੍ਰੋਪਰਲੀ, ਠੀਕ ਆ। ਤਾਂ ਇਹ ਵੀ ਕਾਫੀ ਡੇਂਜਰਸ ਬਿਮਾਰੀ ਆ। ਤਾਂ ਐਮਫੀਸੀਮਾ ਧਿਆਨ ਦੇ ਵਿੱਚ ਰੱਖਿਓ ਵੀ ਐਮਫੀਸੀਮਾ ਕਾਹਦੇ ਨਾਲ ਸੰਬੰਧਿਤ ਬਿਮਾਰੀ ਆ, ਇਹ ਵੀ ਫੇਫੜਿਆਂ ਦੇ ਨਾਲ ਸੰਬੰਧਿਤ ਬਿਮਾਰੀ ਆ। ਇਹਦੇ 'ਚ ਟਿਸ਼ੂ ਟੁੱਟ ਜਾਂਦੇ ਆ। ਇਹਦਾ ਕਾਰਨ ਕੀ ਆ? 에ਅਰ ਪੋਲੂਸ਼ਨ ਹੋ ਸਕਦਾ, ਸਮੋਕ, ਜਾਣੀ ਕਿ ਜਿਹੜੀ ਵੀ ਚੀਜ਼ ਫੇਫੜਿਆਂ ਨੂੰ ਇਫੈਕਟ ਕਰਦੀ ਆ ਤਾਂ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਾਊਂਟ ਕੀਤੀਆਂ ਜਾਂਦੀਆਂ ਨੇ। ਤਾਂ ਇਸ ਤੋਂ ਬਾਅਦ ਆਪਣਾ ਰਹਿ ਗਿਆ ਨਿਊਮੋਕਨੀਓਸਿਸ, ਠੀਕ ਆ। ਤਾਂ ਇਹ ਵੀ ਇੱਕ ਆਪਣੀ ਰਹਿ ਗਈ ਲਾਸਟ ਵਾਲੀ। ਓਕੇ, ਨਿਊਮੋਕਨੀਓਸਿਸ। ਤਾਂ ਇਹਦੀ ਆਪਾਂ ਗੱਲ ਕਰਨੀ ਆ। ਤਾਂ ਇਹ ਕਦੋਂ ਹੁੰਦੀ ਹੈ? ਜਾਣੀ ਕਿ ਕੋਲ ਮਾਈਨਰਸ ਨੂੰ ਹੁੰਦੀ ਆ, ਉਹਨਾਂ ਨੂੰ ਅਕਸਰ ਕਿਹੜੀ ਹੁੰਦੀ ਆ? ਬਲੈਕ ਲੰਗ ਡਿਸੀਜ਼। ਤਾਂ ਬਲੈਕ ਲੰਗ ਡਿਸੀਜ਼ ਇਹਦੇ ਹੁਣ ਇੱਥੇ ਕਾਰਨ ਲਿਖ ਲਓ ਤੁਸੀਂ। ਇੱਕ ਤਾਂ ਹੁੰਦੀ ਹੈ ਇਹਦੇ 'ਚ ਬਲੈਕ ਲੰਗ ਬਿਮਾਰੀ, ਲਿਖ ਦਿੰਦਾ ਮੈਂ ਡਿਸੀਜ਼। ਓਕੇ, ਤਾਂ ਇਹ ਕੀ ਹੁੰਦੀ ਆ? ਇਹ ਤਾਂ ਹੁੰਦੀ ਆ ਕੋਲ ਕਾਰਬਨ ਦੇ ਕਾਰਨ। ਕੋਲ ਦਾ ਕੰਮ ਕਰਦੇ ਆ ਜਿਹੜੇ, ਜਾਂ ਕਾਰਬਨ ਦਾ, ਇਹਨਾਂ ਦੀ ਡਸਟ ਉਹਨਾਂ ਦੇ ਅੰਦਰ ਜਮ੍ਹਾਂ ਹੁੰਦੀ ਆ, ਤਾਂ ਉਹਦੇ ਨਾਲ ਤਾਂ ਹੁੰਦੀ ਆ ਇਹਨਾਂ ਨੂੰ ਬਲੈਕ ਲੰਗ ਡਿਸੀਜ਼। ਤਾਂ ਇਹ ਤਾਂ ਰਹੀ ਇਹਨਾਂ ਦੀ ਗੱਲ। ਫਿਰ ਇਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰੀ ਸੀ ਐਸਬੈਸਟੋਸਿਸ ਦੀ, ਤਾਂ ਉਹ ਐਸਬੈਸਟੋਸਿਸ ਦੇ ਨਾਲ ਹੀ ਹੁੰਦੀ ਆ। ਜਿਹੜੀ ਸਿਲੀਕੋਸਿਸ ਆ ਉਹ ਸਿਲਿਕਾ ਡਸਟ ਦੇ ਕਾਰਨ ਹੁੰਦੀ ਆ। ਫੇਫੜਿਆਂ ਦੇ ਵਿੱਚ ਕੋਲ ਮਾਈਨਰ ਹੁੰਦੇ ਆ, ਉਹਨਾਂ ਦੇ ਵਿੱਚੋਂ ਜਮ੍ਹਾਂ ਹੋ ਜਾਂਦੀ ਹੈ, ਤਾਂ ਇਸੇ ਨੂੰ ਬਲੈਕ ਲੰਗ ਡਿਸੀਜ਼ ਕਿਹਾ ਜਾਂਦਾ। ਤਾਂ ਨਿਊਮੋਕਨੀਓਸਿਸ ਦੇ ਵਿੱਚ ਤਿੰਨੋਂ ਚਾਰੋਂ ਹੀ ਆ ਜਾਂਦੀਆਂ ਨੇ, ਫੇਫੜਿਆਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਅਕਸਰ, ਤੇ ਇਹਨਾਂ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ। ਬਾਕੀ ਇੱਕ ਹੁੰਦੀਆਂ ਨੇ SBS, ਯਾਨੀ ਕਿ ਸਿਕ ਬਿਲਡਿੰਗ ਸਿੰਡਰੋਮ। ਜਿਵੇਂ ਇਹ ਤੋਂ ਪਹਿਲਾਂ ਆਪਾਂ ਇੱਕ ਕਰਕੇ ਹਟੇ ਹਾਂ, ਤਾਂ ਹੁਣ ਜਿਹੜੀਆਂ ਸਿਕ ਬਿਲਡਿੰਗ ਸਿੰਡਰੋਮ ਉਹਨਾਂ ਨੂੰ ਵੈਸੇ ਸੁਣ ਲਓ। ਤਾਂ ਲੋਕਲ ਲੈਵਲ ਦੇ ਵਰਕ ਦੇ ਕਰਦੇ ਹਾਂ ਜਦੋਂ ਸਿੰਡਰੋਮ ਨਾਲ ਸੰਬੰਧਿਤ ਹੁੰਦੀਆਂ ਨੇ। WHO ਦੀ ਰਿਪੋਰਟ ਅਨੁਸਾਰ ਇਹਨਾਂ ਦੇ ਵਿੱਚ ਕੁਝ ਲੱਛਣ ਜਾਂ ਚਿੰਨ੍ਹ ਪਾਏ ਜਾਂਦੇ ਆ ਜਿਹੜੇ ਸਫਰ ਕਰਦੇ ਨੇ ਸਿਕ ਬਿਲਡਿੰਗ ਸਿੰਡਰੋਮ ਤੋਂ, ਜਿਵੇਂ ਕਿ ਆਈ, ਨੋਜ਼, ਥਰੋਟ ਹੋ ਗਿਆ, ਇਰੀਟੇਸ਼ਨ ਹੋ ਗਈ, ਅਤੇ ਉਹਨਾਂ ਦਾ ਸਿਰ ਦਰਦ ਕਰਦਾ ਰਹਿੰਦਾ, ਫਟੀਕ, ਚਿੰਤਾ ਰਹਿੰਦੀ ਆ ਉਹਨਾਂ ਨੂੰ, ਅਸਥਮਾ ਹੋ ਜਾਂਦਾ, ਚੈਸਟ ਟਾਈਟਨੈਸ ਹੁੰਦੀ ਆ, ਸਕਿਨ ਦੀ ਕੋਈ ਪ੍ਰੋਬਲਮ, ਡਰਾਈਨੈਸ ਹੋਣ ਲੱਗ ਜਾਂਦੀ ਆ। ਤਾਂ ਇਹ ਚੀਜ਼ਾਂ ਨੇ ਸਾਰੀਆਂ। ਤਾਂ ਇਹਦੇ 'ਚ ਕੌਜ਼ ਕੀ ਹੁੰਦਾ ਉਹਨਾਂ ਦਾ? ਕੋਈ ਪੇਂਟ ਦਾ ਕੰਮ ਕਰਦੇ ਆ, ਜਾਂ ਫਿਰ ਕੋਈ ਫੋਮ ਦਾ ਕੰਮ ਹੋ ਰਿਹਾ ਉੱਥੇ, ਤਾਂ ਪਲਾਈਵੁੱਡ ਦਾ ਕੰਮ ਆ, ਡਸਟ ਜਿੱਥੋਂ ਵੀ ਉੱਠ ਰਹੀ ਆ। ਤਾਂ ਇਹੋ ਜਿਹੀਆਂ ਚੀਜ਼ਾਂ ਨੇ, ਚਾਹੇ ਇੰਡੋਰ ਆ ਚਾਹੇ ਆਊਟਡੋਰ ਨੇ। ਤਾਂ ਇਹਦੇ 'ਚ ਹੋਰ ਫੈਕਟਰ ਹੁੰਦੇ ਆ, ਜਿਵੇਂ ਕਿ ਟ੍ਰੈਫਿਕ ਨੋਇਜ਼ ਹੋ ਗਿਆ, ਪੂਅਰ ਲਾਈਟਨਿੰਗ ਹੋ ਗਈ, ਮਤਲਬ ਕਿ ਘੱਟ ਲਾਈਟਾਂ ਹੋ ਗਈਆਂ, ਜਾਂ ਫਿਰ ਮਾੜੀ ਲਾਈਟ ਹੁੰਦੀ ਆ ਉਹਦੇ 'ਚ ਹੋ ਗਿਆ। ਤਾਂ ਬਾਕੀ ਪੋਲਿਊਸ਼ਨ ਦਾ ਕਾਰਨ ਹੋ ਗਿਆ, ਇਹਨੂੰ ਕਹਿੰਦੇ ਸਿਕ ਬਿਲਡਿੰਗ ਸਿੰਡਰੋਮ। ਤਾਂ ਬੱਚੇ ਇਹ ਸੀਗੀਆਂ ਆਪਣੀਆਂ ਇੰਪੋਰਟੈਂਟ ਡਿਸੀਜ਼, ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਕੁਐਸਚਨ ਬਸ ਇਹਨਾਂ ਦੇ ਵਿੱਚੋਂ ਤਕਰੀਬਨ ਬਣ ਜਾਣਾ ਅਗਰ ਡਿਸੀਜ਼ ਨੂੰ ਲੈ ਕੇ ਆਉਂਦਾ। ਤਾਂ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਹ ਤੋਂ ਪਹਿਲਾਂ ਮਿਨਾਮਾਟਾ ਡਿਸੀਜ਼ ਆ, ਉਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਬਾਕੀ ਜਿਹੜੇ ਬੱਚੇ ਚੈਨਲ 'ਤੇ ਨਵੇਂ ਨੇ ਤਾਂ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲੈਣਾ, ਤਾਂ ਜੋ ਜਦੋਂ ਵੀ ਨਵੀਂ ਵੀਡੀਓ ਅਪਡੇਟ ਕਰੀਏ ਦੈਨ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ। ਤਾਂ ਦੇਖੋ, ਇਸ ਤੋਂ ਪਹਿਲਾਂ ਆਪਾਂ ਦੁਬਾਰੇ ਮੈਂ ਤੁਹਾਨੂੰ ਇੱਕ ਵਾਰ ਕੁਇਕ ਰਿਵੀਜ਼ਨ ਕਰਾ ਦਾਂ। ਮਿਨਾਮਾਟਾ ਡਿਸੀਜ਼ ਮਰਕਰੀ ਤੋਂ ਹੁੰਦੀ ਆ, ਔਰ ਇਹਨੂੰ ਮਤਲਬ ਚਿਸੋ ਫੈਕਟਰੀ ਸੀ ਜਿਹੜੀ, ਉਹਦੇ ਨਾਮ ਨਾਲ ਵੀ ਇਹਨੂੰ ਜਾਣਿਆ ਜਾਂਦਾ। ਤਾਂ ਇਹ ਇੱਕ ਕੈਮੀਕਲ ਦੇ ਥਰੂ ਹੁੰਦੀ ਆ, ਤਾਂ ਇਹ ਰਿਪੋਰਟ ਕੀਤੀ ਗਈ ਸੀ ਇਹ ਵੀ ਜਾਪਾਨ ਦੇ ਵਿੱਚ। ਔਰ ਜਿਹੜੀ ਆਪਾਂ ਅਸਥਮਾ ਦੀ ਗੱਲ ਕਰੀ ਆ, ਇਹ ਇੱਕ 에ਅਰ ਪੋਲਿਊਸ਼ਨ ਵਾਲੀ ਆ। ਤਾਂ ਇਹਦੇ 'ਚ ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਦਾ ਇਹਦਾ ਮੇਨ ਕਾਰਨ ਹੁੰਦਾ। ਔਰ ਜਿਹੜੀ ਆਪਾਂ ਆਊਚ ਦੀ ਬਿਮਾਰੀ ਕਰੀ ਆ ਉਹ ਕੈਡਮੀਅਮ ਨਾਲ ਹੁੰਦੀ ਆ। ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ, ਇਹ ਇੰਪੋਰਟੈਂਟ ਡਿਸੀਜ਼ ਨੇ। ਤਾਂ ਹੁਣ ਬੱਚੇ ਦੇਖੋ, ਜਿਨ੍ਹਾਂ ਨੇ ਟੈਲੀਗ੍ਰਾਮ ਜੁਆਇਨ ਕਰਨਾ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜੂਗਾ। ਉਹਦੇ 'ਤੇ ਡੇਲੀ ਤੁਹਾਡੇ ਡਾਊਟ ਨੇ ਜਿਹੜੇ ਵੀ ਤੁਸੀਂ ਕੋਈ ਹੁੰਦਾ ਤੁਹਾਡਾ, ਉਹ ਉਹਦੇ 'ਤੇ ਪੁੱਛ ਸਕਦੇ ਹੋ, ਕਲੀਅਰ ਕੀਤੇ ਜਾਣਗੇ। ਔਰ ਹੋਰ ਵੀ ਉਹਦੇ 'ਤੇ ਕਰੰਟ ਦੇ ਕੁਐਸਚਨ ਨੇ ਜਿਹੜੇ ਉਹਦੇ 'ਤੇ ਸ਼ੇਅਰ ਕੀਤੇ ਜਾਂਦੇ ਆ। ਤਾਂ ਉਹਦੇ 'ਤੇ ਸ਼ਡਿਊਲ ਕਲਾਸ ਦਾ ਹੁੰਦਾ, ਉਹ ਵੀ ਸ਼ੇਅਰ ਕੀਤਾ ਜਾਂਦਾ। ਤਾਂ ਉਹਨੂੰ ਵੀ ਤੁਸੀਂ ਜੁਆਇਨ ਕਰਨਾ ਜ਼ਿਆਦਾ ਤੋਂ ਜ਼ਿਆਦਾ। ਔਰ ਉਹਦੇ 'ਤੇ MCQ ਜਾਂ ਫਿਰ ਸਟੱਡੀ ਮਟੀਰੀਅਲ ਸ਼ੇਅਰ ਕੀਤਾ ਜਾਂਦਾ। ਔਰ ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।